अस्सलाम वालेकुम। बीवी 6 साल तक अपने शोर नाल गेम खेडदी रही, उन्होंने पता भी ना लगन दिता। मावां धीआं एडियां हुशियार चलाक सी, पाकिस्तान गईयां कुड़ी दा रिश्ता तकन वास्ते। हालांकि कुड़ी नूं पहलां भी तलाक होई सी, जिसे रिश्ता तकन गईयां इसे तरह रिश्ता पसंद किया जिस तरह दुहाड़ियां दी ढेरी तों एक चंगा दाना नहीं चुकीदा, इसे तरह मुड़ा पसंद करके लेंदा। मुड़ा वाकई भला मानस जिहा बड़ा चंगा सोहना सी। वो इंग्लैंड आ गया। जिसले इंग्लैंड आया तो मावां धीआं ने उन्होंने उंगलां ते नचाना शुरू कर दिता। जा जाके काम कर जिहड़ी तनख्वाह लिया के अपने कोल कब्जा कर लैनी, ओवर टाइम ਉਹਦੇ ਕੋਲੋਂ ਲਵਾਉਣਾ, ਉਹਦੀ ਕੋਈ ਗੱਲ ਨਾ ਸੁਣਨਾ। ਕਰਦਿਆਂ ਕਰਾਇਆ ਸਿਰਾ 6 ਸਾਲ ਗੁਜ਼ਰ ਗਏ। ਮੁੰਡੇ ਨੂੰ ਕੋਈ ਪਤਾ ਨਾ ਲੱਗਣ ਦਿੱਤਾ, ਨਾ ਉਹਦੇ ਘਰ ਕੋਈ ਨਿੱਕੀ ਨਿੱਕਾ ਹੋਇਆ। ਬੜੀ ਟੈਨਸ਼ਨ ਲੈਂਦਾ ਸੀ, ਉਹਦਾ ਮੇਰੇ ਘਰ ਕੋਈ ਨਿੱਕੀ ਨਿੱਕਾ ਵੀ ਨਹੀਂ ਹੁੰਦਾ ਪਿਆ, ਕੀ ਗੱਲ ਹੈ। ਆਖਰਕਾਰ ਉਹਨੇ ਆਪਣੀ ਜਨਾਨੀ ਨਾਲ ਗੱਲ ਕੀਤੀ। ਉਹਨੇ ਕਿਹਾ ਪਤਾ ਨਹੀਂ ਸਾਡੇ ਘਰ ਬੱਚਾ ਕਿਉਂ ਨਹੀਂ ਹੁੰਦਾ ਪਿਆ। ਜਨਾਨੀ ਕਹਿੰਦੀ ਜੇ ਬੱਚਾ ਨਹੀਂ ਹੁੰਦਾ ਪਿਆ ਜਾ ਕੇ ਡਾਕਟਰ ਕੋਲ ਚੈੱਕ ਕਰਾ, ਆਪਣਾ ਇਲਾਜ ਕਰਾ। ਉਹਨੇ ਕਿਹਾ ਮੈਂ ਕਿ ਇਲਾਜ ਕਰਾ, ਦੋਏ ਚੱਲੇ ਆਉਂਦੇ ਨਹੀਂ, ਤੂੰ ਜਾ ਕੇ ਇਲਾਜ ਕਰਵਾ ਕੇ ਆ। ਕਹਿੰਦਾ ਮੈਂ ਡਾਕਟਰ ਕੋਲ ਗਿਆ, ਜਾ ਕੇ ਆਪਣਾ ਟੈਸਟ ਵਗੈਰਾ ਕਰਾਇਆ। ਡਾਕਟਰ ਆਂਦਾ ਤੈਨੂੰ ਕੋਈ ਮਸਲਾ ਨਹੀਂ, ਤੂੰ ਠੀਕ ਠਾਕ ਹੈ। ਕਹਿੰਦਾ ਮੈਂ ਬੜਾ ਖੁਸ਼ ਘਰ ਆਇਆ, ਜਾ ਕੇ ਉਹਨੂੰ ਦੱਸਾਂ ਕਿ ਮੈਂ ਤੇ ਠੀਕ ਠਾਕ ਹਾਂ। ਕਹਿੰਦਾ ਲਿਆ ਕੇ ਉਹਨੂੰ ਵਰਕਾ ਦੱਸਿਆ। ਮੈਂ ਕਿਹਾ ਮੈਂ ਠੀਕ ਠਾਕ ਹਾਂ। ਉਹ ਕਹਿੰਦੀ ਮੈਨੂੰ ਕਿਹ ਦੱਸਣੇ ਪਿਆ। ਕਹਿੰਦਾ ਮੈਂ ਕਿਹਾ ਤਾਂ ਤੈਨੂੰ ਦੱਸਣਾ ਪਿਆ, ਤੂੰ ਵੀ ਜਾ ਕੇ ਆਪਣਾ ਟੈਸਟ ਕਰਾ ਲੈ। ਕਹਿੰਦਾ ਅੱਗੋਂ ਮੈਨੂੰ ਪੈ ਗਈ ਤੂੰ ਮੇਰੇ ਨਾਲ ਇਸ ਗੱਲ ਕਿਸ ਤਰ੍ਹਾਂ ਕੀਤੀ, ਮੈਂ ਠੀਕ ਠਾਕ ਹਾਂ, ਮੈਂ ਕਿਉਂ ਟੈਸਟ ਕਰਾਵਾਂ। ਕਹਿੰਦਾ ਹੈ ਹੀ ਬੜੀ ਕਪੱਤੀ ਜੀ ਸੀ, ਲੇਕਿਨ ਮੈਂ ਉਹਨੂੰ ਜਿਹੜਾ ਨਾ ਬਰਦਾਸ਼ਤ ਕੀਤਾ ਸੀ। ਮੈਂ ਕਿਹਾ ਮੇਰੀ ਬੀਵੀ ਹੈ, ਮੈਂ ਹੁਣ ਇਹਦੇ ਨਾਲ ਰਹਿਣਾ। ਅੱਗੇ ਵੀ ਵਿਚਾਰੀ ਨੂੰ ਤਲਾਕ ਹੋਈ ਹੈ, ਲੇਕਿਨ ਕਹਿੰਦਾ ਮੈਨੂੰ ਲੱਗਦਾ ਇਹਦੀਆਂ ਆਦਤਾਂ ਤੋਂ ਜਿਹੜਾ ਨਾ ਅੱਗੇ ਤਲਾਕ ਹੋਈ ਹੈ। ਕਹਿੰਦਾ ਜੀਆਂ ਸਹੇਲੀਆਂ ਵੀ ਢੇਰ ਨੇ ਵਾਹ ਜੀਆਂ ਆ ਕੇ ਬੈਠੀਆਂ ਰਹਿੰਦੀਆਂ, ਬੜੀ ਖੁੱਲੀ ਗੱਪ ਲਾਉਂਦੀਆਂ ਨੇ। ਕਹਿੰਦਾ ਮੇਰੇ ਨਾਲ ਅੱਖਾਂ 'ਚ ਅੱਖਾਂ ਇਸ ਤਰ੍ਹਾਂ ਮਿਲਾਉਂਦੀਆਂ ਨੇ, ਮੈਂ ਹਾਲਾਂਕਿ ਅੱਖਾਂ ਨੀਵੀਆਂ ਕਰ ਲੈਣਾ। ਕਹਿੰਦੇ ਸਾਹਮਣੇ ਬੈਠੀ ਹੁੰਦੀ ਹੈ ਫਿਰ ਵੀ ਉਹਨਾਂ ਨੂੰ ਕੁਝ ਨਹੀਂ ਆਖਦੀ। ਕਹਿੰਦੇ ਮੇਰੀ ਅੱਖਾਂ 'ਚ ਅੱਖਾਂ ਮਿਲਾ ਲੈਂਦੀਆਂ ਨੇ। ਕਹਿੰਦਾ ਇੱਕ ਦਿਨ ਬੈਠੀ ਸੀ ਤੇ ਐਵੇਂ ਮੇਰੇ ਤੇ ਤਰਸ ਆ ਗਈ, ਉਸ ਮੇਰੇ ਨਾਲ ਲਾਪੀ ਗੱਲ ਕਰਨ। ਕਹਿੰਦੀ ਅਸਾਂ ਜਾਣਾ ਪਾਕਿਸਤਾਨ। ਕਹਿੰਦਾ ਮੈਂ ਕਿਹਾ ਪਾਕਿਸਤਾਨ ਕੀ ਕਰਨ ਜਾਣੀ। ਕਹਿੰਦੇ ਉੱਥੇ ਇੱਕ ਬਾਬਾ ਸਿਆਣਾ, ਅਸਾਂ ਉਹਦੇ ਕੋਲ ਜਾ ਕੇ ਦੁਆ ਕਰਾ ਕੇ ਲਿਆਉਣੀ। ਆਂਦਾ ਬਾਬੇ ਸ਼ਾਬੇ ਕੋਈ ਨਹੀਂ ਹੁੰਦੇ, ਹੱਥੋਂ ਦਵਾਈ ਲੈਣੇ ਆ ਤੇ ਤੂੰ ਔਲਾਦ ਹੋ ਜਾਏਗੀ। ਕਹਿੰਦੀ ਨਹੀਂ ਮੈਂ ਪਾਕਿਸਤਾਨ ਜਾਣਾ, ਉੱਥੇ ਬਾਬੇ ਕੋਲ ਲਾਜ਼ਮੀ ਜਾਣਾ। ਮੇਰੀ ਸਹੇਲੀ ਗਈ ਸੀ ਤੇ ਉਹਦੇ ਘਰ ਹੁਣ ਬੇਟਾ ਹੋਇਆ ਤੇ ਤੂੰ ਜਿਹੜਾ ਮੇਰੇ ਨਾਲ ਲਾਜ਼ਮੀ ਜਾਣਾ। ਉਹਨੇ ਕਿਹਾ ਗੱਲ ਸੁਣ, ਮੈਂ ਹੁਣ ਕੰਮ ਲੱਗਿਆ, ਕੰਮ ਛੱਡ ਕੇ ਮੈਂ ਕਿਸ ਤਰ੍ਹਾਂ ਤੇਰੇ ਨਾਲ ਪਾਕਿਸਤਾਨ। ਉਹਨੇ ਆਖਿਆ ਨਹੀਂ ਤੂੰ ਜਾਣਾ ਹੀ ਜਾਣਾ। ਉਹਨੇ ਕਿਹਾ ਠੀਕ ਹੈ, ਜਿਸ ਤਰ੍ਹਾਂ ਤੂੰ ਆਖਣੀ ਹੈ ਮੈਂ ਉਸ ਤਰ੍ਹਾਂ ਕਰ ਲੈਣਾ। ਕਹਿੰਦਾ ਉਹਨੇ ਪਾਕਿਸਤਾਨ ਫੋਨ ਕੀਤਾ, ਮੈਨੂੰ ਕਹਿੰਦੀ ਹੈ ਕਿ ਅੱਜ ਤੋਂ ਬਾਅਦ ਜਿਹੜਾ ਟਿਕਟ ਕਰਾਉਣ ਤੋਂ ਬਾਅਦ ਜਿਹੜਾ ਤੁਸੀਂ ਜਿਹੜਾ ਚੱਪਲਾਂ ਨਹੀਂ ਪਾਉਣੀਆਂ, ਨਾ ਬੂਟ ਪਾਉਣੇ। ਕਹਿੰਦਾ ਉਹ ਕਿਉਂ। ਕਹਿੰਦਾ ਨਹੀਂ ਬਾਬਾ ਜੀ ਕਹਿੰਦੇ ਨੇ ਕਿ ਜੇ ਮੇਰੇ ਕੋਲ ਆਉਣਾ ਹੈ ਦੋਵਾਂ ਮੀਆਂ ਬੀਵੀ ਨੇ ਇੰਗਲੈਂਡ ਤੋਂ ਜਿਹੜਾ ਤੁਸੀਂ ਬਿਲਕੁਲ ਜਿਹੜਾ ਚੱਪਲਾਂ ਵਗੈਰਾ ਨਹੀਂ ਪਾਣੀ। ਜਦੋਂ ਤੁਹਾਡੀ ਟਿਕਟ ਹੋ ਜਾਣੀ ਹੈ ਘਰੋਂ ਤੁਸੀਂ ਟੁਰਨਾ ਤੇ ਤੁਹਾਡੇ ਪੈਰਾਂ 'ਚ ਜਿਹੜਾ ਚੱਪਲਾਂ ਨਹੀਂ ਹੋਣੀ ਚਾਹੀਦੀ। ਕਹਿੰਦਾ ਯਾਰ ਇਹ ਕਿ ਤਮਾਸ਼ਾ, ਇਸ ਤਰ੍ਹਾਂ ਨਹੀਂ ਹੁੰਦਾ, ਇਹ ਸਭ ਐਵੇਂ ਨਖੰਡੀ ਜਿਹੇ ਹੁੰਦੇ ਨੇ, ਬਨਾਵਟੀ ਬਾਬੇ ਨੇ। ਕਹਿੰਦੀ ਹੈ ਨਾ ਜੇ ਤੂੰ ਕੋਈ ਗੱਲ ਕੀਤੀ ਨਾ ਤੇ ਮੈਂ ਤੈਨੂੰ ਤਲਾਕ ਦੇ ਦਿਆਂ। ਕਹਿੰਦਾ ਮੈਂ ਉਹਨੂੰ ਤਲਾਕ ਦੇ ਦੇਣਾ, ਉਹ ਮੈਨੂੰ ਕਹਿੰਦੀ ਮੈਂ ਤੈਨੂੰ ਤਲਾਕ ਦੇ ਦਿਆਂਗੀ। ਕਹਿੰਦਾ ਮੈਂ ਬੜਾ ਪਰੇਸ਼ਾਨ ਹੋਇਆ। ਮੈਂ ਕਿਹਾ ਇਹ ਚੰਗੀ ਬੀਵੀ ਹੈ ਮੇਰੀ। ਕਹਿੰਦਾ ਬਹਰਹਾਲ ਮੈਂ ਹੁਣ ਉਹਦੀ ਗੱਲ ਮੰਨਣੀ ਸੀ, ਵੇਲਾ ਪਾਕਿਸਤਾਨ ਉਹਦੇ ਨਾਲ ਜਾਣਾ ਸੀ। ਕਹਿੰਦਾ ਮੈਨੂੰ ਕੰਮ ਤੋਂ ਛੁੱਟੀਆਂ ਲੈਣੀਆਂ ਪਈਆਂ। ਕਹਿੰਦਾ ਮੈਂ ਜੁੱਤੀਆਂ ਤੋਂ ਨੰਗਾਣਾ ਹੋ ਗਿਆ। ਕਹਿੰਦਾ ਜੇ ਮਾਰਕੀਟ ਜਾਣਾ ਹੈ ਤੇ ਉਹ ਇਸੇ ਤਰ੍ਹਾਂ ਹੀ ਜਾਣਾ, ਨੰਗਾਣਾ ਹੀ, ਤੇ ਉਹ ਵੀ ਨਾਲ ਹੀ ਇਸ ਤਰ੍ਹਾਂ। ਕਹਿੰਦਾ ਬੰਦੇ ਸਾਡੇ ਵੱਲ ਤੱਕਦੇ ਸੀ, ਉਹਦੇ ਸੀ ਤੁਸੀਂ ਕਿਉਂ ਨਹੀਂ ਜੁੱਤੀਆਂ ਪਾਈਆਂ। ਕਹਿੰਦਾ ਕੋਈ ਬੋਲਦੀ ਚਾਲਦੀ ਕੌਣ ਸੀ, ਹੱਸਦੀ ਘਰ ਆ ਜਾਂਦੀ ਸੀ। ਕਹਿੰਦਾ ਅਸੀਂ ਜਿਸਲੇ ਪਾਕਿਸਤਾਨ ਚੱਲੇ ਸਹੇਲੀ ਜਿਹੜੀ ਉਹਨੂੰ ਆ ਕੇ ਮਿਲ ਗਿਲ ਕੇ ਗਈ, ਜਾ ਕੇ ਮੇਰੀ ਤਰਫੋਂ ਬਾਬੇ ਨੂੰ ਪੈਸੇ ਦੇ ਦੀ। ਕਹਿੰਦੇ ਬੜੀ ਖੁਸ਼ ਹੋ ਕੇ ਉਹਨੇ ਫੜ ਲਏ ਵਾਲਾ ਜਾ ਕੇ ਇਹ ਵੀ ਜਿਹੜਾ ਬਾਬੇ ਨੂੰ ਪੈਸੇ ਦੇਗੀ। ਕਹਿੰਦਾ ਏਅਰਪੋਰਟ ਦੇ ਗਏ, ਏਅਰਪੋਰਟ ਤੇ ਵੀ ਸਾਰੇ ਬੰਦੇ ਤੱਕਣ, ਅਸਾਂ ਜਿਹੜਾ ਚੱਪਲਾਂ ਵਗੈਰਾ ਤੇ ਪਾਈਆਂ ਹੀ ਕੋ ਨਾ। ਕਹਿੰਦਾ ਜਿਸਲੇ ਪਾਕਿਸਤਾਨ ਜਾ ਕੇ ਲੱਥੇ ਆ ਉੱਥੇ ਵੀ ਸਾਡੇ ਘਰ ਦੇ ਤਾਕੇ ਹੈਰਾਨ ਹੋ ਗਏ ਕਿ ਅਸਾਂ ਚੱਪਲਾਂ ਹੀ ਕੋਈ ਨਹੀਂ ਪਾਈਆਂ। ਉਹਦੇ ਪੁੱਤਰ ਕੀ ਗੱਲ ਆ ਚੱਪਲਾਂ। ਨਹੀਂ ਅਸਾਂ ਇੱਕ ਮੰਨਤ ਸੁਖੀ ਹੈ ਤੇ ਇਸ ਵਾਸਤੇ ਜਿਹੜਾ ਨਾ ਅਸਾਂ ਚੱਪਲਾਂ ਕੋਈ ਨਹੀਂ ਪਾਈਆਂ। ਉਹ ਕਹਿੰਦਾ ਪੁੱਤਰ ਇੰਜ ਦੀ ਕਿਹੜੀ ਮੰਨਤ ਹੈ ਜਿਹੜੀ ਤੁਸੀਂ ਚੱਪਲਾਂ ਨਹੀਂ ਪਾਈਆਂ। ਉਹਨੇ ਆਖਿਆ ਨਹੀਂ ਤੁਹਾਨੂੰ ਨਹੀਂ ਦੱਸਣਾ, ਇੱਕ ਰਾਜ਼ ਹੈ। ਕਹਿੰਦਾ ਘਰ ਰੇ ਬੜੀ ਮੁਸ਼ਕਿਲ ਨਾਲ ਉੱਥੇ ਇੱਧਰ ਜੇ ਵਾਸ਼ਰੂਮ ਜਾਣਾ ਤਾਂ ਵੀ ਚੱਪਲਾਂ ਕੋ ਨਾ ਪਾਈਆਂ, ਜੇ ਸੋਣਾ ਤਾਂ ਵੀ ਕੋਈ ਨਹੀਂ। ਜੇ ਕਹਿੰਦਾ ਮਸਲਾ ਸੀ, ਕਹਿੰਦਾ ਬਾਹਰ ਪੈਰਾਂ ਦੀ ਹਾਲਤ ਕੋ ਨਾ ਮੇਰੀ ਰਹੀ। ਕਹਿੰਦਾ ਮੈਂ ਕਿਹਾ ਚੱਲ ਦੂਜੇ ਦਿਨ ਹੀ ਚਲੀਏ। ਕਹਿੰਦਾ ਬਾਬਾ ਜੀ ਨੇ ਜੁਮੇਰਾਤ ਦਾ ਟਾਈਮ ਦਿੱਤੇ ਅਸੀਂ, ਆਈਏ ਮੰਗਲ ਸੀ। ਕਹਿੰਦਾ ਬਹਰਹਾਲ ਫਿਰ ਘਰ ਹੀ ਰਹੇ, ਬਾਹਰ ਕੇ ਜਾਣਾ ਸੀ ਪਾਕਿਸਤਾਨ। ਤੁਹਾਨੂੰ ਪਤਾ ਗਲੀਆਂ ਵੀ ਇਸ ਤਰ੍ਹਾਂ ਦੀਆਂ ਨੇ, ਉਹ ਫਿਰ ਇੱਟਾਂ ਜਿਹੜੀਆਂ ਨੇ ਪੈਰਾਂ ਤੇ ਲੱਗਦੀਆਂ ਨੇ। ਕਹਿੰਦਾ ਮੈਂ ਕਿਹਾ ਮੈਂ ਤੇ ਘਰ ਹੀ ਰਵਾਂਗਾ ਜਿਤਨੀ ਦੇਰ ਤੱਕ ਉਧਰ ਨਹੀਂ ਜਾਣਾ। ਕਹਿੰਦੇ ਠੀਕ ਹੈ ਤੇਰੀ ਮਰਜ਼ੀ। ਕਹਿੰਦਾ ਕੋਈ ਜੁਮੇਰਾਤ ਆਈ, ਅਸਾਂ ਗੱਡੀ ਕਰਾਈ ਸੀ। ਕਹਿੰਦਾ ਮੈਂ ਕਿਹਾ ਸ਼ੁਕਰ ਹੈ ਦਿਹਾੜਾ ਆਇਆ। ਕਹਿੰਦਾ ਅਸੀਂ ਦੋਏ ਜਿਹੜੇ ਆ ਟੁਰ ਪਏ ਉੱਥੇ ਨੰਗਾਣੇ। ਕਹਿੰਦਾ ਗੱਡੀ ਤੇ ਉੱਥੇ ਪਹੁੰਚਿਆ, ਜਾ ਕੇ ਤੱਕਿਆ ਵਾਕਈ ਬਾਬੇ ਕੋਲ ਜਿਹੜਾ ਨਾ ਬਹੁਤ ਜ਼ਿਆਦਾ ਰਸ਼ ਲੱਗਿਆ। ਕਹਿੰਦਾ ਮੇਰੇ ਦਿਮਾਗ 'ਚ ਇੱਕ ਵਾਰੀ ਆਇਆ ਵਾਕਈ ਕੋਈ ਬਾਬਾ ਜਿਹੜਾ ਨਾ ਬੜਾ ਪਹੁੰਚਿਆ, ਜਿਹੜਾ ਜੇ ਇੱਥੇ ਬੰਦੇ ਇਹਦੇ ਕੋਲ ਦੁਆ ਕਰਾਉਣ ਆਏ ਨੇ। ਕਹਿੰਦਾ ਚਲੋ ਸਾਡੇ ਵਾਸਤੇ ਵੀ ਕੋਈ ਬਰਕਤ ਹੋ ਜਾਏਗੀ। ਕਹਿੰਦਾ ਅਸੀਂ ਬੈਠੇ ਰਹੇ ਬੜੀ ਦੇਰ ਬਾਅਦ ਜਾ ਕੇ ਨਾ ਸਾਡੀ ਵਾਰੀ ਆਈ। ਕਹਿੰਦਾ ਵਾਰੀ ਆਈ ਨਾ ਤੇ ਬਾਬਾ ਕਹਿੰਦਾ ਹਾਂ ਵੀ ਕੁੜੀਏ ਦੱਸ ਤੇਰਾ ਕੀ ਮਸਲਾ ਹੈ, ਤੂੰ ਨਹੀਂ ਬਾਜ਼ ਆਉਂਦੀ। ਕਹਿੰਦਾ ਮੈਂ ਸੋਚਣ ਲੱਗ ਪਿਆ ਬਾਬਾ ਕੀ ਪਿਆ ਆਖਦਾ ਇਹਨੂੰ, ਤੂੰ ਕਿਉਂ ਨਹੀਂ ਬਾਜ਼ ਆਉਂਦੀ, ਕਿਉਂ ਨਹੀਂ ਆਪਣੇ ਘਰ ਬੱਚਾ ਹੋਣ ਦਿੰਦੀ ਪਈ। ਕਹਿੰਦਾ ਮੈਂ ਕਿਹਾ ਬਾਬਾ ਜੀ ਇਹਨੇ ਕਿਉਂ ਨਹੀਂ ਹੋਣ ਦੇਣਾ, ਰੱਬ ਦੀ ਰਜ਼ਾ ਹੈ ਨਹੀਂ ਹੁੰਦਾ। ਨਾ ਸਾਰੀ ਸ਼ਰਾਰਤ ਇਹਦੀ ਹੈ,
ਕੁੜੀਏ ਸਾਰੀ ਗੱਲ ਤੂੰ ਖੁੱਲ ਕੇ ਦੱਸ, ਤੇਰੇ ਘਰ ਔਲਾਦ ਕਿਉਂ ਨਹੀਂ ਹੁੰਦੀ ਪਈ? ਜੇ ਤੂੰ ਝੂਠ ਮਾਰੇਂਗੀ ਤੇ ਜ਼ਾਰੀ ਗੱਲ ਹੈ ਫਿਰ ਸਾਰੀ ਜ਼ਿੰਦਗੀ ਤੇਰੇ ਘਰ ਔਲਾਦ ਨਹੀਂ ਹੋਣੀ। ਕਹਿੰਦਾ ਜਿਸ ਵੇਲੇ ਜ਼ਨਾਨੀ ਮੇਰੀ ਨੇ ਰਾਜ਼ ਖੋਲਿਆ, ਕਹਿੰਦਾ ਮੇਰਾ ਤੇ ਕੰਨਾਂ ਦੇ ਪਰਦੇ ਫਟ ਗਏ ਕਿ ਮੈਨੇ ਕੀਤਾ ਮੇਰੇ ਨਾਲ ਕੀ ਹੈ। ਉਹਨੇ ਜ਼ਨਾਨੀ ਨੇ ਕਹਿੰਦਾ ਦੱਸਿਆ ਕਿ ਬਾਬਾ ਜੀ ਮੇਰੀ ਅੰਮਾ ਜੀ ਨੇ ਮੈਨੂੰ ਮਸ਼ਵਰਾ ਦਿੱਤਾ ਸੀ ਕਿ ਪੁੱਤਰ ਇਤਨੀ ਦੇਰ ਜਿਹੜਾ ਤੇਰੇ ਘਰ ਔਲਾਦ ਨਹੀਂ ਹੋਣੀ ਚਾਹੀਦੀ ਜਿੰਨੀ ਦੇਰ ਤੱਕ ਇਹਦੇ ਪੇਪਰ ਜਿਹੜੇ ਨੇ 5 ਸਾਲ ਤੋਂ ਉੱਤੇ ਨਹੀਂ ਹੁੰਦੇ। ਕਹਿੰਦਾ ਜੇ ਪਹਿਲਾਂ ਔਲਾਦ ਹੋ ਗਈ ਤੇ ਇਹਦੇ ਪੇਪਰ ਇੱਥੇ ਪੱਕੇ ਹੋ ਜਾਣਗੇ, ਔਲਾਦ ਦੇ ਜਿਹੜੇ ਬਿਨਾਂ ਤੇ ਇਹਨੂੰ ਪੇਪਰ ਜਿਹੜੇ ਲੱਭ ਜਾਣਗੇ। ਇੱਕ ਵਾਰੀ ਮੋੜਾ ਪੂਰਾ ਪਰਖ ਲਵੀਏ ਫਿਰ ਉਸ ਤੋਂ ਬਾਅਦ ਜਿਹੜਾ ਨਾ ਤੂੰ ਬੱਚਾ ਕਰ ਲਈ। ਤੇ ਅੱਗੋਂ ਮੈਂ ਜਿਹੜਾ ਸਾਲ ਹੋ ਗਿਆ ਹਸਪਤਾਲ ਜਾਨੀ ਆ ਪਈ ਤੇ ਹਸਪਤਾਲ ਵਾਲੇ ਕਹਿੰਦੇ ਨੇ ਕਿ ਬੜਾ ਮੁਸ਼ਕਿਲ ਆ ਤੁਹਾਡੇ ਘਰ ਬੱਚਾ ਹੋਣਾ। ਮੇਰੀ ਸਹੇਲੀ ਨੇ ਦੱਸਿਆ ਤੇ ਤਾਂ ਬਾਬਾ ਜੀ ਮੈਂ ਤੁਹਾਡੇ ਕੋਲ ਆਈ। ਕਹਿੰਦਾ ਮੈਂ ਸੁਣ ਕੇ ਮੈਂ ਕਿਹਾ ਮੇਰੀ ਜ਼ਨਾਨੀ ਐਡੀ ਵੱਡੀ ਗੇਮ ਮੇਰੇ ਨਾਲ ਖੇਡਦੀ ਰਹੀ ਹੈ। ਕਹਿੰਦਾ ਅੱਗੋਂ ਬਾਬਾ ਕਹਿੰਦਾ ਕੁੜੀਏ ਤੂੰ ਮੈਨੂੰ ਸੱਚੀ ਗੱਲ ਦੱਸ ਦਿੱਤੀ ਹੈ, ਹੁਣ ਜੇ ਹੋਰ ਵੀ ਕੋਈ ਬੇਈਮਾਨੀ ਦਿਲ 'ਚ ਆਈ ਤੇ ਉਹ ਵੀ ਦੱਸ ਦੇ। ਉਹਨੇ ਕਿਹਾ ਬਾਬਾ ਜੀ ਹੋਰ ਕੋਈ ਨਹੀਂ, ਮੈਂ ਤੇ ਬਸ ਔਲਾਦ ਚਾਹਨੀ ਆ। ਉਹਨਾਂ ਕਿਹਾ ਠੀਕ ਹੈ, ਉਹ ਫਲਾਣਾ ਕਮਰਾ ਤੁਸੀਂ ਉੱਥੇ ਫੱਟੇ ਦੇ ਜਾ ਕੇ ਰਾਤ ਗੁਜ਼ਾਰਨੀ ਹੈ। ਕਹਿੰਦਾ ਮੈਂ ਸੋਚਣ ਲੱਗ ਪਿਆ ਬਾਬਾ ਜੀ ਉੱਥੇ ਅਸਾਂ ਕਿਉਂ ਰਾਤ ਗੁਜ਼ਾਰੇ? ਉਹਨਾਂ ਆਖਿਆ ਤੁਸੀਂ ਜਾਓ ਤੇ ਉਹ ਮਲੰਗਣੀ ਤੁਹਾਨੂੰ ਦੱਸ ਦਿੰਦੀ ਹੈ ਤੁਸੀਂ ਉੱਥੇ ਰਾਤ ਕਿਉਂ ਗੁਜ਼ਾਰਨੀ ਹੈ। ਕਹਿੰਦਾ ਮੈਂ ਉੱਠ ਕੇ ਚੁੱਪ ਕਰਕੇ ਆ ਗਿਆ। ਕਹਿੰਦਾ ਬੰਦੇ ਹੀ ਬੰਦੇ ਬੈਠੇ ਸੀ। ਕਹਿੰਦਾ ਮਲੰਗਣੀ ਕਹਿੰਦੀ ਹੈ ਕਿ ਤੁਸਾਂ ਦੋਵਾਂ ਨੇ ਇਹ ਦਰਵਾਜ਼ੇ ਤੋਂ ਬਾਰ-ਬਾਰ ਕੱਪੜੇ ਲਾ ਕੇ ਜਾਣੇ ਨੇ ਤੇ ਦੋਵਾਂ ਨੇ ਅੰਦਰ ਜਾ ਕੇ ਰਾਤੀ ਇੱਥੇ ਸੋਣਾ। ਕਹਿੰਦਾ ਮੈਂ ਆਖਿਆ ਇਹ ਕੀ ਤਮਾਸ਼ਾ ਵੀ ਇੱਥੇ ਕੋਈ ਫਿਲਮ ਬਣਾਉਣ ਲੱਗਿਆ ਹੋਵੇ। ਫਿਰ ਕਹਿੰਦਾ ਮੇਰੀ ਜ਼ਨਾਨੀ ਕਹਿੰਦੀ ਹੈ ਕੁਝ ਵੀ ਨਹੀਂ ਹੁੰਦਾ, ਸਾਰੇ ਲੋਕ ਇੱਥੇ ਆਉਂਦੇ ਨੇ। ਕਹਿੰਦਾ ਮੈਂ ਕਿਹਾ ਕਰਮਾਂ ਵਾਲੀਏ ਬਾਜ਼ ਆ ਜਾ, ਇਹ ਸਭ ਡਰਾਮੇਬਾਜ਼ੀ ਹੈ। ਕਹਿੰਦਾ ਨਹੀਂ ਉਹ ਕੋ ਨਾ ਬਾਜ਼ ਆਈ। ਕਹਿੰਦਾ ਉਹਨੇ ਕੱਪੜੇ ਲਾ ਲਏ। ਕਹਿੰਦਾ ਮੈਂ ਵੀ ਕੱਪੜੇ ਲਾ ਕੇ ਅੰਦਰ ਟੁਰ ਗਿਆ। ਕਹਿੰਦਾ ਉੱਥੇ ਰਾਤ ਪੂਰੀ ਰਹੇ ਅਸੀਂ। ਕਹਿੰਦਾ ਉੱਥੇ ਜਾ ਕੇ ਵਾਸ਼ਰੂਮ ਉਹਨਾਂ ਦਾ ਬਣਿਆ। ਕਹਿੰਦਾ ਉੱਥੇ ਛੱਤ ਛੁੱਤ ਤੇ ਹੈ ਹੀ ਕੋਈ ਨਹੀਂ ਸੀ। ਕਹਿੰਦਾ ਉੱਥੇ ਨਹਾ ਕੇ ਉਸੇ ਤਰ੍ਹਾਂ ਹੀ ਬਾਬੇ ਕੋਲ ਸੁਬਾਹ ਫੇਰ ਆ ਗਏ। ਬਾਬੇ ਨੇ ਆ ਕੇ ਇੱਕ ਪਰਚੀ ਜੀ ਬਣਾਈ ਸੀ। ਪਰਚੀ ਜੀ ਬਣਾ ਕੇ ਕਹਿੰਦਾ ਸਾਨੂੰ ਦਿੱਤੀ ਇਹ ਲੈ ਜਾਓ ਤੇ ਹੁਣ ਜਿਤਨੀ ਦੇਰ ਤੱਕ ਤੁਸਾਂ ਇੰਗਲੈਂਡ ਨਹੀਂ ਪਹੁੰਚਣਾ ਉੱਥੇ ਜਾ ਕੇ ਇਹ ਪਰਚੀ ਜਿਹੜੀ ਹੈ ਪਾਣੀ 'ਚ ਘੋਲ ਕੇ ਕੁੜੀਏ ਤੇ ਤੂੰ ਪੀਣੀ ਹੈ ਤੇ ਉਸ ਤੋਂ ਬਾਅਦ ਜਿਹੜਾ ਤੁਸੀਂ ਚੱਪਲਾਂ ਪਾ ਸਕਦੇ ਹੋ, ਕੋਈ ਮਸਲਾ ਨਹੀਂ। ਇਸ ਤੋਂ ਪਹਿਲਾਂ ਤੁਸੀਂ ਚੱਪਲਾਂ ਨਹੀਂ ਪਾਣੀਆਂ। ਕਹਿੰਦਾ ਮੈਂ ਕਿਹਾ ਬਾਬਾ ਜੀ ਪਾਣ ਦਿਓ ਕੀ ਮਸਲਾ ਬਣ ਜਾਏਗਾ? ਉਹਨਾਂ ਆਖਿਆ ਨਾ ਬਿਲਕੁਲ ਨਹੀਂ ਪਾਣੀਆਂ, ਨਹੀਂ ਤੇ ਜੋ ਕੁ ਮੈਂ ਕੀਤਾ ਅਮਲ ਰਾਤੀ ਪੂਰੀ ਕੀਤਾ ਜਿਹੜਾ ਤੁਹਾਨੂੰ ਇੱਥੇ ਰੱਖਿਆ ਸਭ ਕੁਝ ਜਿਹੜਾ ਖਤਮ ਹੋ ਜਾਏਗਾ। ਕਹਿੰਦਾ ਮੈਂ ਚੁੱਪ ਕਰ ਗਿਆ। ਜ਼ਨਾਨੀ ਮੇਰੀ ਕਹਿੰਦੀ ਹੈ ਚੁੱਪ ਕਰ ਜੋ। ਕਹਿੰਦਾ ਫਿਰ ਅਸੀਂ ਜਿਸਲੇ ਉੱਥੋਂ ਆਏ ਵਾਪਸ, ਕਹਿੰਦਾ ਪਾਕਿਸਤਾਨ ਵਾਲੇ ਆਖਣ ਰਵੋ ਰਵੋ। ਕਹਿੰਦਾ ਨਹੀਂ, ਮੈਂ ਕਿਹਾ ਵਾਪਸ ਜਾਣਾ ਨੁੰਗਾਣਾ, ਮੈਂ ਇੱਥੇ ਕਿਸ ਤਰ੍ਹਾਂ ਰਵਾਂ, ਕਿਸੇ ਪਾਸੇ ਜਾ ਵੀ ਨਹੀਂ ਸਕਦਾ। ਕਹਿੰਦਾ ਮੈਂ ਜਲਦੀ ਦੀ ਟਿਕਟ ਕਰਾਈ, ਜ਼ਨਾਨੀ ਨੂੰ ਨਾਲ ਲਿਆ। ਕਹਿੰਦਾ ਮੈਂ ਇੰਗਲੈਂਡ ਵਾਪਸ ਆਇਆ। ਕਹਿੰਦਾ ਜਿਸਲੇ ਘਰ ਪਹੁੰਚੇ ਆ, ਕਹਿੰਦਾ ਘਰ ਪਹੁੰਚ ਕੇ ਜਨਾਬ ਜ਼ਨਾਨੀ ਨੇ ਸੱਟਿਆ ਗਲਾਸ 'ਚੋਂ ਜਿਹੜਾ ਪੇਪਰ ਜਿਹਾ ਘੋਲ ਕੇ ਅੱਧਾ ਪਾਣੀ ਆਪੂ ਪੀਤੀ ਉਸ, ਅੱਧਾ ਮੈਨੂੰ ਪਿਲਾਈ ਉਸ। ਕਹਿੰਦਾ ਮੈਂ ਕਿਹਾ ਇਹ ਕੀ ਡਰਾਮੇਬਾਜ਼ੀ ਹੈ, ਕੁਝ ਵੀ ਨਹੀਂ ਇਹਦੇ ਨਾਲ ਹੋਣਾ। ਕਹਿੰਦਾ ਬਹਰਾਲ ਸਾਡੇ ਐਸੇ ਜਿਹੜਾ ਕਰਦਿਆ ਕਰਾਇਆ ਨਾ, ਕਹਿੰਦਾ ਸਾਡਾ ਸਾਲ ਗੁਜ਼ਰ ਗਿਆ ਪੂਰਾ। ਕਹਿੰਦਾ ਸਾਲ ਗੁਜ਼ਰ ਗਿਆ ਕੋਈ ਬੱਚਾ ਨਾ ਹੋਇਆ। ਕਹਿੰਦਾ ਫਿਰ ਮੈਂ ਕਿਹਾ ਤੱਕੀ ਕੋਈ ਬਾਬੇ ਦੀ ਕਿਸੇ ਗੱਲ 'ਚ ਕੋਈ ਅਸਰ ਨਹੀਂ। ਕਹਿੰਦਾ ਹਾਲਾਂਕਿ ਫੋਨ ਸ਼ੂਨ ਵੀ ਕਰਦੀ ਰਹੀ ਬਾਬੇ ਨੂੰ, ਮੇਰੇ ਪੁੱਛੇ ਬਗੈਰ ਜਿਹੜਾ ਉਹਨੂੰ ਪੌਂਡ ਵੀ ਤੋੜਦੀ ਰਹੀ ਹੈ। ਕਹਿੰਦਾ ਪੌਂਡ ਤੋੜਦੀ ਸੀ, ਮੈਂ ਮਨਾ ਵੀ ਕਰਦਾ ਰਿਹਾ ਕਿ ਐਂ ਦਾ ਕੰਮ ਨਾ ਕਰਦੇ ਕਰੀ। ਕਹਿੰਦਾ ਲੇਕਿਨ ਸਹੇਲੀ ਦੀਆਂ ਗੱਲਾਂ ਤੇ ਲਾ ਕੇ ਉਹ ਪੈਸੇ ਤੋੜਦੀ। ਕਹਿੰਦਾ ਮੈਂ ਬੜਾ ਪਰੇਸ਼ਾਨ, ਮੈਂ ਕਿਹਾ ਇਹ ਕੰਮ ਕਰ ਆਇਆ ਮੈਂ ਉੱਥੇ ਜਾ ਕੇ। ਕਹਿੰਦਾ ਮੇਰੇ ਜ਼ਿਹਨ 'ਚ ਉਹ ਗੱਲ ਨਹੀਂ ਸੀ ਨਿਕਲੀ, ਮੈਂ ਬੜਾ ਪਰਹੇਜ਼ਗਾਰ ਜਿਹਾ ਬੰਦਾ ਸਾਂ। ਕਹਿੰਦਾ ਸਾਲ ਗੁਜ਼ਰ ਗਏ ਅਸੀਂ ਲੇਕਿਨ ਕੋਈ ਔਲਾਦ ਨਹੀਂ ਸੀ ਹੋਈ। ਕਹਿੰਦਾ ਇੱਕ ਦਿਨ ਉਂਝ ਮੈਂ ਕੰਮ ਤੋਂ ਛੁੱਟੀ ਕੀਤੀ ਤੇ ਇੱਕ ਜਵਾਨ ਜਿਹੜਾ ਨਾ ਇੱਕ ਬੰਦੇ ਨਾਲ ਖਲੋ ਕੇ ਗੱਲਾਂ ਪਿਆ ਕਰੇ। ਕਹਿੰਦਾ ਮੈਂ ਕੋਲ ਟੁਰ ਗਿਆ। ਕਹਿੰਦਾ ਜਿਸ ਮੈਂ ਕੋਲ ਗਿਆ ਮੈਂ ਉਹਦੀਆਂ ਅੱਖਾਂ 'ਚ ਤੱਕਿਆ ਤੇ ਕਹਿੰਦਾ ਮੈਂ ਇੰਝ ਲੱਗਦਾ ਕਿ ਇਸ ਬੰਦੇ ਨੂੰ ਮੈਂ ਕਿਧਰੇ ਤੱਕੇ ਹੈ। ਕਹਿੰਦਾ ਮੈਂ ਸੋਚ ਕੇ ਕਹਿੰਦਾ ਯਾਰ ਇਹਨੂੰ ਮੈਂ ਕਿਧਰੇ ਤੱਕੇ ਹੈ। ਕਹਿੰਦਾ ਜਿਹੜਾ ਬੰਦਾ ਉਹਦੇ ਨਾਲ ਖਲੋਤੇ ਸੀ ਨਾ, ਕਹਿੰਦਾ ਯਾਰ ਮੈਂ ਇਸ ਬੰਦੇ ਨੂੰ ਨਾ ਬੜੀ ਚੰਗੀ ਤਰ੍ਹਾਂ ਜਾਣਨਾ ਲੇਕਿਨ ਮੈਨੂੰ ਯਾਦ ਨਹੀਂ ਆ ਰਿਹਾ ਇਹਨੂੰ ਮੈਂ ਕਿੱਥੇ ਤੱਕੇ ਹੈ। ਕਹਿੰਦਾ ਤੂੰ ਨਹੀਂ ਜਾਣਦਾ ਇਹਨੂੰ? ਕਹਿੰਦਾ ਨਹੀਂ ਮੈਂ ਨਹੀਂ ਜਾਣਦਾ। ਉਹ ਯਾਰ ਇਹ ਤੇ ਚੰਗਾ ਭਲਾ ਛੰਡਿਆ ਫੂਕਿਆ ਬਾਬਾ ਹੀ। ਕਿਹੜਾ ਬਾਬਾ? ਇਹ ਪਾਕਿਸਤਾਨ ਜਿਹੜਾ ਨਾ ਉੱਥੇ ਮਲੰਗ ਬਣਿਆ, ਹੁਣ ਸਾਲ ਇੱਥੇ ਰਹੇਗਾ। ਇਹਨੇ ਜਿਹੜਾ ਆਪਣੀ ਪੂਰੀ ਕਲੀਨ ਸ਼ੇਵ ਵਗੈਰਾ ਕਹਿੰਦਾ ਕਰਾ ਕੇ ਪੂਰਾ ਸੋਹਣਾ ਸੂਟ ਸ਼ੂਟ ਪਾ ਕੇ ਕਹਿੰਦਾ ਉੱਥੇ ਖਲੋਤੇ ਅਸੀਂ। ਕਹਿੰਦਾ ਬਾਬਾ ਇਹਦੇ ਕੋਲ ਤੇ ਬੜੀਆਂ ਜ਼ਨਾਨੀਆਂ ਆਉਂਦੀਆਂ ਨੇ, ਇਹ ਤੇ ਬੜੀ ਸੈਟਿੰਗ ਕੀਤੀ ਹੈ ਤੇ ਜਿਹੜਾ ਦਿਲ ਕਰਦਾ ਇੱਥੇ ਵੀ ਜ਼ਨਾਨੀਆਂ ਇਹਦੇ ਕੋਲ ਆਉਂਦੀਆਂ ਨੇ, ਇੱਥੇ ਆ ਕੇ ਇਹਨਾਂ ਦੇ ਮਾਹੌਲ ਵਿੱਚ ਹੋ ਜਾਂਦਾ ਹੈ। ਹੁਣ ਸਾਲ ਬਾਅਦ ਜਿਸਲੇ ਪਾਕਿਸਤਾਨ ਜਾਏਗਾ ਉੱਥੇ ਜਿਹੜੇ ਮਰੀਦ ਨੇ ਉਹ ਇੰਤਜ਼ਾਰ ਕਰ ਰਹੇ ਨੇ ਬਾਬੇ ਰਾਂ ਦਾ ਕਿ ਬਾਬੇ ਰਿਆਵਣ ਸਾਨੂੰ ਆ ਕੇ ਦਮ ਕਰਨ। ਕਹਿੰਦਾ ਪਤਾ ਨਹੀਂ ਕਿਤਨੀਆਂ ਜ਼ਨਾਨੀਆਂ ਨੂੰ ਇਹ ਦਮ ਕਰਦਾ ਹੈ। ਕਹਿੰਦਾ ਮੈਂ ਮਾਰਿਆ ਮੱਥੇ ਤੇ ਹੱਥ, ਮੈਂ ਕਿਹਾ ਬਾਬਾ ਜੀ ਗੱਲ ਸੁਣੋ, ਮੈਂ ਵੀ ਤੁਹਾਡੇ ਕੋਲ ਆਇਆ ਸਾਂ। ਕਹਿੰਦਾ ਅੱਛਾ ਮੈਨੂੰ ਨਹੀਂ ਪੁੱਤਰ ਯਾਦ, ਇੱਥੇ ਤੇ ਰਾਜੀ ਆਉਂਦੇ ਨੇ। ਬਾਬਾ ਜੀ ਤੁਸੀਂ ਸਾਡੇ ਨਾਲ ਚੰਗਾ ਕੰਮ ਕੀਤਾ, ਉੱਥੇ ਕਮਰੇ 'ਚ ਵਾੜਿਆ ਸੀ। ਉਹਨੇ ਆਖਿਆ ਪੁੱਤਰ ਚੱਲ ਰਹਿਣ ਦੇ, ਜੋ ਹੋ ਗਿਆ ਠੀਕ ਹੈ, ਹੁਣ ਤੂੰ ਇਸ ਗੱਲ ਨੂੰ ਭੁੱਲ ਜਾ, ਤੇਰੇ ਘਰ ਔਲਾਦ ਨਹੀਂ ਹੋਈ ਆਪੇ ਹੋ ਜਾਏਗੀ। ਕਹਿੰਦਾ ਲੇਕਿਨ ਬਾਬਾ ਜੀ ਤੁਸੀਂ ਕਿਹੜਾ ਸਿਸਟਮ ਚਲਾਏ ਆ ਇੰਜ ਲੋਕਾਂ ਦੀਆਂ ਧੀਆਂ ਭੈਣਾਂ? ਉਹਨੇ ਆਖਿਆ ਤੂੰ ਚੁੱਪ ਕਰ ਜਾ,
ਤੇਰਾ ਇਸ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ, ਤੂੰ ਮੈਨੂੰ ਜਾਣਦਾ ਨਹੀਂ ਹੈ, ਤੈਨੂੰ ਮੈਂ ਇੱਥੇ ਵੀ ਪੁੱਛ ਸਕਣਾ ਤੇ ਪਾਕਿਸਤਾਨ ਵੀ ਪੁੱਛ ਸਕਣਾ, ਤੇਰੀ ਫੈਮਿਲੀ ਪੂਰੀ ਮੈਂ ਚੁਕਾ ਦਿਆਂਗਾ ਉੱਥੋਂ। ਚੁੱਪ ਕਰਕੇ ਆਪਣੇ ਕੰਮ ਨਾਲ ਕੰਮ ਰੱਖ ਤੇ ਇੱਥੋਂ ਨਿਕਲਦਾ ਹੋ। ਕਹਿੰਦਾ ਉਹਨੇ ਮੈਨੂੰ ਤਰਾ ਦਿੱਤਾ। ਮੈਂ ਚੁੱਪ ਕਰਕੇ ਕਹਿੰਦਾ ਵਾਪਸ ਆ ਗਿਆ। ਕਹਿੰਦਾ ਮੈਂ ਸੋਚ ਕੇ ਕਹਿੰਦਾ ਮੈਂ ਕਿਹਾ ਯਾਰ ਇਹ ਕੀ ਕੰਮ ਹੋ ਗਿਆ। ਕਹਿੰਦਾ ਮੈਂ ਜਾ ਕੇ ਜਨਾਨੀ ਨੂੰ ਦੱਸਿਆ, ਜਨਾਨੀ ਮੰਨਣ ਨੂੰ ਤਿਆਰ ਹੀ ਕੋਨਾ, ਨਾ ਉਹ ਬਾਬੇ ਹੋਰੀ ਪਾਕਿਸਤਾਨ ਨੇ, ਉਹ ਬਾਬੇ ਹੋਰੀ ਪਾਕਿਸਤਾਨ ਨੇ। ਕਹਿੰਦਾ ਕੋਈ ਕਾਲ ਉਹਨੂੰ ਕਰੇ WhatsApp ਤੇ ਕਾਲ ਕਰਦੀ ਸੀ। ਕਹਿੰਦਾ ਮੈਂ ਕਿਹਾ ਇੱਥੇ ਮੌਜੂਦ ਹੈ, ਮੈਂ ਉਹਨੂੰ ਤੱਕਿਆ। ਕਹਿੰਦਾ ਮੈਨੂੰ ਯਾਦ ਨਹੀਂ ਰਹੀ, ਮੈਂ ਉਹਦੀ ਫੋਟੋ ਵਗੈਰਾ ਹੀ ਲੈ ਲੈਂਦਾ, ਲੇਕਿਨ ਕਹਿੰਦਾ ਮੈਂ ਫੋਟੋ ਵਗੈਰਾ ਕੋ ਨਾ ਲਈ। ਲੇਕਿਨ ਖੈਰ ਕਹਿੰਦਾ ਪਰ ਮੈਂ ਉਹ ਤੂੰ ਫਿਰ ਚੁੱਪ ਕਰ ਗਿਆ। ਤਕਰੀਬਨ 2-3 ਸਾਲ ਬਾਅਦ ਸਾਡੇ ਘਰ ਔਲਾਦ ਹੋਈ। ਲੇਕਿਨ ਕਹਿੰਦਾ ਮੈਂ ਤਾਂ ਇਹਨਾਂ ਚੀਜ਼ਾਂ ਤੋਂ ਸਮਝ ਗਿਆ ਕਿ ਬਾਬੇ ਜਿਹੜੇ ਨੇ ਡਰਾਮੇਬਾਜ਼ੀ ਹੁੰਦੀ ਹੈ। ਬਾਕੀ ਅਗਰ ਇਹ ਕਿ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਵੇ ਤਾਂ ਪਲੀਜ਼ ਯਾਰ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ। ਬਾਕੀ ਦੁਆਵਾਂ 'ਚ ਯਾਦ ਰੱਖਿਆ ਕਰੋ, ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਸਿਹਤ ਹੈ ਤੇ ਸਭ ਕੁਝ ਹੈ। ਕੋਈ ਛੋਟੀ ਮੋਟੀ ਗਲਤੀ ਹੋ ਜਾਏ ਤੇ ਮੈਂ ਹਮੇਸ਼ਾ ਕਹਿੰਦਾ ਮਾਫੀ ਚਾਹਨਾ, ਪ੍ਰੋਫੈਸ਼ਨਲੀ ਕੋਸ਼ਿਸ਼ ਕਰਨਾ ਤੁਹਾਡੇ ਵਾਸਤੇ ਅੱਛੀ ਵੀਡੀਓ ਬਣਾ। ਦੁਆਵਾਂ ਯਾਦ ਰੱਖਿਓ, ਆਪਣੀ ਸਿਹਤ ਦਾ ਖਿਆਲ ਰੱਖਿਓ। ਅੱਲਾ ਹਾਫਿਜ਼।